ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏ। ਪਰਮਿੰਦਰ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਹੈ ਗੁਰਜਿੰਦਰ ਜੀ। ਜੀ ਪਰਮਿੰਦਰ ਜੀ, ਇੱਕ ਤਾਂ ਪੰਜਾਬ ਸਰਕਾਰ ਲਗਾਤਾਰ ਸਰਗਰਮ ਹੈ ਉਹਨਾਂ ਮਾਮਲਿਆਂ ਦੇ ਵਿੱਚ ਜਿੱਥੇ ਸਰਕਾਰ ਨੂੰ ਜਾਪਦਾ ਕਿ ਵੱਡੇ ਸਕੈਮ ਹੋਏ ਨੇ। ਹੁਣ ਦੋ ਸਕੈਮ ਹੋਰ ਸਾਹਮਣੇ ਆ ਰਹੇ ਨੇ ਜਿਹਦੇ 'ਚ ਹਜ਼ਾਰਾਂ ਕਰੋੜਾਂ ਦਾ ਘਪਲਾ ਦੱਸਿਆ ਜਾ ਰਿਹਾ। ਇੱਕ ਤਾਜ਼ਾ ਅਪਡੇਟ ਵੀ ਹੈ, 4000 ਕਰੋੜ ਦਾ ਖੜੇ ਪੈਰ ਪੰਜਾਬ ਦੇ ਵਿੱਚ ਇੱਕ ਹੋਰ ਸਕੈਮ। ਦੂਜੇ ਪਾਸੇ ਜਿਮਨੀ ਚੋਣ ਵੀ ਹੈ ਪੰਜਾਬ ਦੇ ਵਿੱਚ, ਤੇ ਜੋ ਵੱਡੇ ਠੇਕੇਦਾਰ ਨੇ ਪੰਜਾਬ ਦੇ ਜਾਂ ਫਿਰ ਜੋ ਵੱਡੇ IAS ਕੇਡਰ ਦੇ ਲੈਵਲ ਦੇ ਅਧਿਕਾਰੀ ਨੇ ਉਹਨਾਂ ਨੂੰ ਟੰਗਣ ਦੀ ਤਿਆਰੀ ਹੋ ਚੁੱਕੀ। ਕਈ ਤਾਂ ਹਿਰਾਸਤ ਦੇ ਵਿੱਚ ਵੀ ਲੈ ਲਏ ਗਏ। ਜੇਕਰ ਦੂਜੀ ਖਬਰ ਦੀ ਗੱਲ ਕਰੀਏ, ਆਪਾਂ ਅਗਨੀਪਥ ਤੇ ਲਗਾਤਾਰ ਚਰਚਾ ਕਰ ਰਹੇ ਹਾਂ। ਅਜੀਤ ਡੋਵਾਲ ਜੋ ਲਗਾਤਾਰ ਡਿਫੈਂਸ ਨੂੰ ਦੇਖ ਰਹੇ ਨੇ, NSA ਦੇਖ ਰਹੇ ਨੇ ਉਹ ਦੇਸ਼ ਦਾ, ਉਹਨਾਂ ਨੇ ਵੀ ਦੋ ਟੁਕ ਗੱਲ ਕਰਤੀ ਅਗਨੀਪਥ ਦੇ ਮਾਮਲੇ ਦੇ ਵਿੱਚ। ਹੁਣ ਜੇਕਰ ਇਹਨਾਂ ਘਟਨਾਵਾਂ ਨੂੰ ਸਮਝਣਾ ਹੋਵੇ, ਸਭ ਤੋਂ ਪਹਿਲਾਂ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ ਕਿ ਜੋ ਸਕੈਮ ਨੇ, ਜੋ ਸਕੈਮ ਨਿਕਲ ਕੇ ਆ ਰਹੇ ਨੇ, ਭਾਵੇਂ ਬਠਿੰਡਾ ਦੀ ਤਕਰੀਬਨ 3700 ਏਕੜ ਦਾ ਸਕੈਮ ਹੈ ਜੋ ਲੰਮੇ ਸਮੇਂ ਤੋਂ ਜਿਹਦੀ ਚਰਚਾ ਸੀ, ਹੁਣ ਹੋ ਸਕਦਾ ਕਿ ਉਹਦੀ ਫਾਈਲਾਂ ਖੁੱਲ ਜਾਣ। ਇੱਕ ਸਿੰਚਾਈ ਘੁਟਾਲਾ ਤੇ ਪੰਜਾਬ ਦੇ ਵਿੱਚ ਇੱਕ IAS ਅਫਸਰ ਜੋ ਉਹ ਹਿਰਾਸਤ ਦੇ ਵਿੱਚ ਹੈ। ਵੱਡੇ ਜੋ ਠੇਕੇਦਾਰ ਨੇ ਉਹ ਰਡਾਰ ਦੇ ਉੱਤੇ ਨੇ ਤੇ ਸਮਾਣਾ ਦੇ ਵਿੱਚ ਤਕਰੀਬਨ 37,500 ਬੈਗ ਲਾਪਤਾ ਤੇ ਕਿਹਾ ਜਾ ਰਿਹਾ ਹੈ ਕਿ ਆਹ ਜੋ ਕਣਕ ਚੋਰੀ ਹੋਈ ਹੈ ਇਹਦੀ ਕੀਮਤ 4000 ਕਰੋੜ ਰੁਪਏ ਬਣਦੀ ਹੈ ਜੀ। ਸਕੈਮ ਜਿਹੜੇ ਹੈਗੇ ਨੇ ਗੁਰਜਿੰਦਰ ਜੀ, ਇਹ ਭਾਰਤ ਦੀ ਰਾਜਨੀਤੀ ਦਾ ਹਿੱਸਾ ਨੇ। ਇਹਨਾਂ ਨੂੰ ਅਫਸਰਸ਼ਾਹੀ ਨਾਲ, ਆਮ ਲੋਕਾਂ ਨਾਲ ਜਾਂ ਮੁਲਾਜ਼ਮਾਂ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਇਕੱਲਿਆਂ। ਇਕੱਲੇ ਅਫਸਰਸ਼ਾਹੀ ਮੁਲਾਜ਼ਮ ਜਾਂ ਆਮ ਲੋਕ ਹੀ ਇਹਦੇ ਵਿੱਚ ਹਿੱਸਾ ਹੁੰਦੇ ਨੇ। ਇਹਦਾ ਭੁਗਤਣਾ ਤਾਂ ਚਲੋ ਆਮ ਲੋਕਾਂ ਨੂੰ ਪੈਂਦਾ, ਪਰ ਜਿਹੜਾ ਹਿੱਸਾ ਪੱਤੀ ਹੈ ਉਹ ਰਾਜਨੀਤੀ ਦੇ ਵਿੱਚ ਜਾਂਦੀ ਹੈ। ਰਾਜਨੀਤੀ ਦੀ ਸ਼ੈ ਹੁੰਦੀ ਹੈ, ਰਾਜਨੀਤੀ ਉਹ ਕਰਵਾਉਂਦੀ ਹੈ। ਇਹ ਜੇ ਰਾਜਨੀਤੀ ਦੇ ਵਿੱਚ ਜਿਹੜੇ ਲੀਡਰ ਨੇ, ਜੇ ਉਹ ਸੁਹਿਰਦ ਹੋ ਜਾਣ, ਜੇ ਉਹ ਪਾਕ ਸਾਫ਼ ਹੋ ਜਾਣ, ਜਾਂ ਉਹਨਾਂ ਦੀ ਭੁੱਖ ਖਤਮ ਹੋ ਜੇ, ਜੇ ਕਿਤੇ, ਮੈਂ ਕਹਿੰਦਾ ਚਲੋ ਜਿਵੇਂ ਆਪਾਂ ਕਹਿੰਦੇ ਨਾ ਆਮ ਕਹਾਵਤ ਵੀ ਪ੍ਰਮਾਤਮਾ ਕਰੇ ਏਦਾਂ ਹੋ ਜੇ, ਜੇ ਕਿਤੇ ਏਦਾਂ ਹੋ ਜੇ ਫਿਰ ਸਿਸਟਮ ਬਦਲਦਿਆਂ ਦੇਰ ਨਹੀਂ ਲੱਗਣੀ। ਜਿਹੜਾ ਬਦਲਾਅ ਦੀ ਗੱਲ ਕਰਦੇ ਆ, ਜਾਂ ਕਾਂਗਰਸ ਹੁਣ ਮਿਹਣੇ ਜੇ ਮਾਰੀ ਜਾਂਦੀ ਹੈ, ਜਾਂ ਅਕਾਲੀ ਮਿਹਣੇ ਜੇ ਮਾਰੀ ਜਾਂਦੇ ਆ ਕਿ ਬਦਲਾਅ ਜੀ, ਬਦਲਾਅ ਆਉਣਾ ਸੀ, ਆਹ ਬਦਲਾਅ ਆ ਗਿਆ। ਉਹ ਬਦਲਾਅ ਤਾਂ 10 ਦਿਨਾਂ ਦੇ ਵਿੱਚ ਆ ਜਾਏਗਾ। ਗੱਲ ਸਿਰਫ ਇਹ ਹੈ ਕਿ ਸਾਰੇ ਲੀਡਰਾਂ ਨੂੰ ਪਹਿਲਾਂ ਇਮਾਨਦਾਰ ਹੋਣਾ ਪਊਗਾ। ਮੈਂ ਤਾਂ ਇੱਕ ਗੱਲ, ਇਹ ਮੈਂ ਥੋੜਾ ਜਿਹਾ ਹਟ ਕੇ ਵਿਸ਼ੇ ਤੋਂ ਬੋਲ ਰਿਹਾ, ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਰਾਜਨੀਤਿਕ ਲੋਕ ਨੇ, ਇਹ ਚਾਹੇ ਉਹ ਕਾਂਗਰਸ ਦੇ ਲੀਡਰ ਨੇ ਵੱਡੇ ਤੋਂ ਲੈ ਕੇ ਛੋਟੇ ਤੱਕ, ਚਾਹੇ ਅਕਾਲੀ ਦਲ ਨੇ, ਚਾਹੇ BJP ਦੇ ਨੇ, ਚਾਹੇ ਬਹੁਜਨ ਸਮਾਜ ਪਾਰਟੀ ਦੇ ਨੇ, ਗੁਰਜਿੰਦਰ ਜੀ, ਇਹਨਾਂ ਦੀ ਜ਼ਮੀਰ ਹੈ, ਜਿਹੜੀ ਜ਼ਮੀਰ ਉਹ ਕਿੱਥੇ ਹੈ? ਜ਼ਮੀਰ ਇਹਨਾਂ ਦੀ, ਇਹ ਆਪਣੇ ਬੱਚਿਆਂ ਦੇ ਵਿੱਚ ਕਿਵੇਂ ਬੈਠ ਜਾਂਦੇ ਨੇ? ਇਹਨਾਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਭੈਣ ਭਾਈਆਂ ਦੇ ਵਿੱਚ, ਆਪਣੇ ਮਾਪਿਆਂ ਦੇ ਵਿੱਚ ਕਹਿ ਲਓ, ਹੋਰ ਰਿਸ਼ਤੇਦਾਰ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਨੇ, ਉਹਨਾਂ ਦੇ ਵਿੱਚ ਬੈਠ ਕੇ ਇਹ ਕਿਵੇਂ ਗੱਲ ਕਰ ਲੈਂਦੇ ਨੇ ਅੱਖ ਨਾਲ ਅੱਖ ਮਿਲਾ ਕੇ? ਮਤਲਬ ਇੰਨਾ ਨਿਘਾਰ ਆ ਚੁੱਕਿਆ ਹੈ ਮਾਨਸਿਕਤਾ ਦੇ ਵਿੱਚ, ਸੋਚ ਦੇ ਵਿੱਚ। ਜ਼ਮੀਰ ਇੰਨੇ ਮਰ ਚੁੱਕੇ ਹੈ ਕਿ ਭ੍ਰਿਸ਼ਟਾਚਾਰ ਕਰਨ ਲੱਗਿਆ ਜਰਾ ਜਿੰਨਾ ਵੀ ਨਹੀਂ ਸੋਚਦੇ ਵੀ ਕੱਲ ਨੂੰ ਸਾਡਾ ਨਾਮ ਜੇ ਬਦਨਾਮ ਹੋ ਗਿਆ, ਜੇ ਸਾਡਾ ਨਾਮ ਇਸ ਘਪਲੇ 'ਚ, ਇਸ ਮੁੱਦੇ 'ਚ ਉਛਾਲਿਆ ਗਿਆ, ਜਾਂ ਕੋਈ ਸਬੂਤ ਮਿਲ ਗਿਆ, ਤਾਂ ਮੈਂ ਮੇਰੇ ਬੱਚਿਆਂ ਨੂੰ ਕੀ ਮੂੰਹ ਦਿਖਾਊਂਗਾ? ਜਾਂ ਮੇਰੇ ਬੱਚੇ ਅੱਗੇ ਸਮਾਜ ਦੇ ਵਿੱਚ ਕਿਵੇਂ ਵਿਚਰਨਗੇ? ਲੋਕ ਉਹਨਾਂ ਨਾਲ ਕਿੱਦਾਂ ਦਾ ਵੀ ਵਿਹਾਰ ਕਰਨਗੇ? ਜਾਂ ਮੈਨੂੰ ਜੇਲ੍ਹ ਯਾਤਰਾ ਕਰਨੀ ਪਊਗੀ? ਤੇ ਫਿਰ ਜਾਂ ਤਾਂ ਇਹਨਾਂ ਨੂੰ ਮਤਲਬ ਜ਼ਮੀਰ ਦੇ ਨਾਲ ਨਾਲ ਇਹਨਾਂ ਦਾ ਡਰ ਵੀ ਮਰ ਚੁੱਕਿਆ ਤੇ ਜ਼ਮੀਰ ਵੀ ਮਰ ਚੁੱਕੀ ਹੈ। ਤੇ ਜੇ ਇਹਨਾਂ ਦੀ ਜ਼ਮੀਰ ਜਿਉਂਦਾ ਹੁੰਦੀ ਨਾ, ਇਹ ਘਪਲੇ ਏਦਾਂ ਦੇ ਨਹੀਂ ਹੁੰਦੇ ਹੈਗੇ ਆ। ਚਾਹੇ ਆਫੀਸਰ ਨੇ, ਜੇ ਰਿਸ਼ਵਤ ਦੀ ਗੱਲ ਕਰਦੇ ਹੋ ਤੁਸੀਂ, ਰਿਸ਼ਵਤ ਦਾ ਕੇਸ ਚੱਲ ਰਿਹਾ, ਉਹ ਪਾਈਪਲਾਈਨ ਵਿਛਾਉਣ ਵਾਸਤੇ ਟੈਂਡਰ ਪਾਸ ਕਰਨ ਲਈ 7 ਲੱਖ ਦੀ ਰਿਸ਼ਵਤ, ਵੱਡੇ ਵੱਡੇ ਅਧਿਕਾਰੀ ਉਹਦੇ 'ਚ ਆ ਰਹੇ ਨੇ। ਤੇ ਉਸ ਤੋਂ ਬਾਅਦ ਜਿਹੜਾ ਆਹ ਤੁਸੀਂ ਸਮਾਣਾ ਦੀ ਗੱਲ ਕਰੀ ਹੈ, ਸਮਾਣਾ ਤੋਂ ਪਹਿਲਾਂ ਇੱਕ ਵਿਧਾਇਕ ਦਾ ਕੋਈ ਭਾਣਜਾ ਉਹ ਫੜਿਆ ਗਿਆ ਸੀ, 10,000 ਬੋਰੀ ਉਹਨੇ ਖੁਰਦ ਕਰਤੀ ਸੀਗੀ, ਉਹ ਨਹੀਂ ਅੱਜ ਤੱਕ ਲੱਭਿਆ। ਠੀਕ ਹੈ, ਤੇ ਆਹ 4,000 ਕਰੋੜ ਦਾ ਇੱਥੇ ਹੋ ਗਿਆ, ਸਮਾਣੇ ਦੇ ਵਿੱਚ ਹੋ ਗਿਆ।
ਤੇ ਇੱਕ ਆ ਜਿਹੜੀ ਤੁਸੀਂ ਨਵੀਂ ਗੱਲ ਅੱਜ ਪੜ੍ਹੀ ਹੋਊਗੀ, ਅਖਬਾਰਾਂ ਦੀ ਸੁਰਖੀਆਂ ਬਣੀਆਂ ਹੋਈਆਂ ਨੇ, ਉਹ ਬਠਿੰਡਾ ਦੇ ਵਿੱਚ ਉਹ 6 ਪਿੰਡਾਂ ਦੀ ਹੈ ਮੇਰੇ ਖਿਆਲ ਗੁਰਜਿੰਦਰ ਜੀ, ਉਹ ਜੀ 6 ਪਿੰਡਾਂ ਦੀ 6 ਪਿੰਡਾਂ ਦੀ ਜ਼ਮੀਨ ਹੈ, 3700 ਏਕੜ 701 ਏਕੜ ਜ਼ਮੀਨ ਹੈ, ਜਿਹੜੀ ਉਹ ਪ੍ਰਾਈਵੇਟ ਮਲਕੀਅਤ ਕਰ ਦਿੱਤੀ ਗਈ ਹੈ। 800 ਕਰੋੜ ਰੁਪਏ ਦੀ ਜ਼ਮੀਨ ਹੈ ਉਹ। ਜੀ ਹਿਸਾਬ ਲਾ ਲਓ ਕਿ ਉਹ ਸਰਕਾਰ ਤੋਂ ਬਿਨਾਂ ਕਿਵੇਂ ਹੋ ਜੂਗੀ। ਜੇ ਇਹ ਅੱਜ ਕਾਂਗਰਸ ਜਾਂ ਅਕਾਲੀ ਰੌਲਾ ਪਾਉਂਦੇ ਚੰਗੇ ਹੀ ਨਹੀਂ ਲੱਗਦੇ, ਵੈਸੇ ਹੀ ਨਹੀਂ ਚੰਗੇ ਲੱਗਦੇ। ਜਿਹੜਾ ਕੋਈ ਇਹਨਾਂ ਦਾ ਸਾਥ ਦਿੰਦਾ, ਚਾਹੇ ਉਹ ਸੋਸ਼ਲ ਮੀਡੀਆ ਤੇ ਬੈਠਾ ਹੈ, ਚਾਹੇ ਉਹ ਇਹਨਾਂ ਦਾ ਵਰਕਰ ਹੈ, ਚਾਹੇ ਉਹ ਇੱਥੇ ਚੋਣਾਂ ਦੇ ਵਿੱਚ ਬੈਠਾ ਹੈ, ਪ੍ਰਚਾਰ ਕਰ ਰਿਹਾ ਹੈ, ਤੇ ਉਹ ਗੱਲ ਕਰਦੇ ਚੰਗੇ ਹੀ ਨਹੀਂ ਲੱਗਦੇ। ਉਹਨਾਂ ਨੂੰ ਕਿਹੜੇ ਮੂੰਹ ਨਾਲ ਉਹ ਗੱਲ ਕਰਦੇ ਨੇ। ਜੇ ਇਹ ਮੰਤਰੀ ਬਣੇ ਸੀ, ਸਰਕਾਰਾਂ ਇਹਨਾਂ ਦੀਆਂ ਬਣੀਆਂ ਸੀਗੀਆਂ, ਤਾਂ ਕੀ ਰਿਕਾਰਡ ਚੈੱਕ ਕਰਨੇ ਜਾਂ ਰਿਕਾਰਡ ਦੇਖਣੇ ਜਾਂ ਲੋਕਾਂ ਦੀਆਂ ਸ਼ਿਕਾਇਤਾਂ ਤਾਂ ਆਉਂਦੀਆਂ ਹੀ ਹੋਣਗੀਆਂ ਨਾ ਕਿ ਆਹ ਚੀਜ਼ ਹੋ ਰਹੀ ਹੈ। ਉਹਨਾਂ ਨੂੰ ਨਜ਼ਰਸਾਨੀ ਕਰਨਾ, ਉਹਨਾਂ ਨੂੰ ਜਾ ਕੇ ਦੇਖਣਾ, ਉਹਨਾਂ ਦੀ ਪਹਿਰੇਦਾਰੀ ਕਰਨੀ, ਉਹਨਾਂ ਦੀ ਕੀ ਹੋਇਆ, ਜ਼ਮੀਨਾਂ ਕਿਵੇਂ ਦੱਬ ਲੀਆਂ ਗਈਆਂ, ਉਹ ਸਾਰਾ ਕੁਝ ਦੇਖਿਆ ਹੀ ਨਹੀਂ ਇਹਨਾਂ ਨੇ। ਇਹਦਾ ਮਤਲਬ ਜਾਂ ਤਾਂ ਇਹ ਚੁੱਪ ਕਰਕੇ ਬੈਠਦੇ ਨੇ, ਚੋਣਾਂ ਜਿੱਤੋ, ਚੁੱਪ ਕਰਕੇ ਐਸ਼ ਕਰੋ। ਐਸ਼ ਵਾਸਤੇ ਇਹ ਚੋਣਾਂ ਲੜਦੇ ਨੇ, ਪੈਸਾ ਖਾਣ ਵਾਸਤੇ ਲੜਦੇ ਨੇ। ਤੇ ਅੱਜ ਕਾਂਗਰਸ ਜਾਂ ਅਕਾਲੀ ਦੋਨੋਂ ਕਹਿ ਲਓ, ਕਾਂਗਰਸ ਜੇ ਬੋਲਦੀ ਆ ਅੱਜ ਜਾ ਕੇ ਕਿਸੇ ਪਾਰਟੀ ਦੇ ਵਿਰੁੱਧ, ABC ਜਿਹਦੀ ਵੀ ਚਲੋ ਸਰਕਾਰ ਹੁੰਦੀ ਹੈ ਜਾਂ ਹੈਗੀ ਆ, ਤੇ ਉਹਨਾਂ ਨੂੰ ਕਿਹੜੇ ਮੂੰਹ ਨਾਲ ਬੋਲਦੀ ਆ। ਉਹਨਾਂ ਦਾ ਇੱਕ ਤੋਂ ਬਾਅਦ ਇੱਕ ਵਿਧਾਇਕ ਤਾਂ ਘਪਲਿਆਂ 'ਚ ਫਸਦਾ ਜਾ ਰਿਹਾ। ਕੋਰਟਾਂ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਨੂੰ ਜ਼ਮਾਨਤਾਂ ਨਹੀਂ ਦੇ ਰਹੀਆਂ, ਤੇ ਫਿਰ ਕਿਹੜੇ ਮੂੰਹ ਨਾਲ ਬੋਲਦੇ ਨੇ। ਇਹ ਘਪਲਿਆਂ ਦਾ ਸਿਲਸਿਲਾ ਇਹ ਅੱਜ ਦਾ ਨਹੀਂ ਚੱਲਿਆ ਹੋਇਆ। ਅੱਜ ਕਾਂਗਰਸੀ ਕਹਿੰਦੇ ਜੀ ਅੱਜ ਅਸੀਂ ਦਾ ਕੰਮ ਨਹੀਂ ਸਾਨੂੰ ਕਰਨ ਦਿਆ ਕੈਪਟਨ ਅਮਰਿੰਦਰ ਸਿੰਘ ਨੇ। ਅੱਜ ਜੇ ਖਹਿਰਾ ਸਾਹਿਬ ਬੋਲਦੇ ਨੇ ਜਾਂ ਪ੍ਰਗਟ ਸਿੰਘ ਬੋਲਦੇ ਨੇ ਜਾਂ ਰਾਜਾ ਵੜਿੰਗ ਹੋਰੀ ਬੋਲਦੇ ਨੇ, ਤਾਂ ਇਹਨਾਂ ਨੂੰ ਪੁੱਛੋ ਵੀ ਸਰਕਾਰ ਦਾ ਹਿੱਸਾ ਤੁਸੀਂ ਨਹੀਂ ਰਹੇ ਹੈਗੇ, ਤੁਹਾਡੀ ਜ਼ਿੰਮੇਵਾਰੀ ਕੀ ਸੀ, ਤੁਸੀਂ ਜਿਤਾਏ ਕਾਹਦੇ ਦੀ ਸੀ ਲੋਕਾਂ ਨੇ। ਜੀ ਜੇ ਆਮ ਆਦਮੀ ਪਾਰਟੀ ਨੇ 0 ਟੋਲਰੈਂਸ ਕਰਤੀ ਤੇ ਤੁਸੀਂ ਅੱਜ ਕਹਿੰਦੇ ਹੋ ਬਦਲਾਖੋਰੀ ਹੈ ਇਹ, ਤੇ ਫਿਰ ਭ੍ਰਿਸ਼ਟਾਚਾਰ ਨੂੰ ਨੱਥ ਕਿਵੇਂ ਪਊਗੀ। ਕਾਰਵਾਈ ਕਿਤੇ ਕਰੀਏ, ਬਸ ਥੱਲੇ ਵਾਲਿਆਂ ਨੂੰ ਦੱਬ ਲਓ, ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿਓ, ਜਿਹੜੇ ਆਪਾਂ ਕਹਿ ਲਓ ਵੀ ਨਿਚਲੇ ਵਾਲੇ ਨੇ, ਆਫਿਸਰ ਲੌਬੀ ਨੂੰ ਨਾ ਛੇੜੋ ਤੇ ਰਾਜਨੀਤਿਕਾਂ ਨੂੰ ਨਾ ਛੇੜੋ, ਰਾਜਨੀਤਿਕ ਲੋਕਾਂ ਨੂੰ ਨਾ ਛੇੜੋ। ਫਿਰ ਭ੍ਰਿਸ਼ਟਾਚਾਰ ਦੇ ਵਿਰੁੱਧ ਜਿਹੜੀ ਨਕੇਲ ਆ ਉਹ ਬੜੀ ਤਕੜੀ ਹੈ ਨਾ। ਫਿਰ ਇਹ ਆਰਾਮ ਨਾਲ ਬੈਠਣਗੇ ਘਰਾਂ 'ਚ। ਹੁਣ ਸਾਰਿਆਂ ਨੂੰ ਬਿਪਤਾ ਪਈ ਹੋਈ ਆ। ਗੱਲ ਤਾਂ ਹੋਣੀ ਚਾਹੀਦੀ ਹੈ, ਇਹ ਬਹੁਤ ਅੱਛਾ ਕਦਮ ਹੈ। 0 ਟੋਲਰੈਂਸ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਸਰਕਾਰ ਦੀ, ਮੈਂ ਨਿੱਜੀ ਤੌਰ ਤੇ ਕਹਿ ਰਿਹਾ ਕਿ ਮੈਂ ਸ਼ਲਾਘਾ ਕਰਦਾ ਇਸ ਗੱਲ ਦੀ। ਚਾਹੇ ਉਹ ਉੱਪਰਲੀ ਲੌਬੀ ਤੋਂ ਸ਼ੁਰੂ ਹੋਈ ਹੈ, ਚਾਹੇ ਵਿਚਕਾਰਲੀ ਤੋਂ। ਜੇ ਸਖਤੀ ਵਰਤੀ ਗਈ ਆ, ਉਹ ਸਾਰਿਆਂ ਦੀ ਸਖਤੀ ਹੋਣੀ ਚਾਹੀਦੀ ਆ। ਜਿਹੜਾ ਕੋਈ ਫਸ ਗਿਆ ਉਹਨੂੰ ਬਖਸ਼ਿਆ ਨਾ ਜਾਵੇ। ਇਹ ਮੇਰੇ ਖਿਆਲ ਨਾਲ ਇੱਕ ਅੱਛਾ ਕਦਮ ਹੈ, ਇਹਦੀ ਸਭ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ। ਲੇਕਿਨ ਇਹਨਾਂ ਨੂੰ ਪਤਾ ਹੈ ਕਿ ਜੇ ਅੱਗ ਲੱਗੀ ਹੈ, ਕਿਤੇ ਧੂਆਂ ਨਿਕਲ ਰਿਹਾ ਹੈ, ਤਾਂ ਕਿਤੇ ਸੇਕ ਸਾਡੇ ਘਰਾਂ 'ਚ ਤਾਂ ਆਊਗਾ ਹੀ ਆਊਗਾ ਹੁਣ ਇਹ। ਤੇ ਉਹਦਾ ਡਰ ਇਹਨਾਂ ਨੂੰ ਫੈਲਿਆ ਹੋਇਆ, ਉਹਦੇ ਕਰਕੇ ਇਹ ਬੋਲਦੇ ਵੀ ਨੇ। 800 ਕਰੋੜ ਰੁਪਇਆ ਥੋੜਾ ਹੁੰਦਾ, 3700 ਏਕੜ ਜਗ੍ਹਾ ਥੋੜੀ ਹੁੰਦੀ ਆ ਜਿਹਦੀ ਮਲਕੀਅਤ ਤੁਸੀਂ ਕਲੈਕਟਰ ਤੋਂ ਬਿਨਾਂ ਪੁੱਛੇ ਦੇਤੀ। ਪਟੀਸ਼ਨਾਂ ਦਾਇਰ ਹੋਈ ਗਈਆਂ, ਕੋਈ 2012 ਤੋਂ ਮੇਰੇ ਖਿਆਲ ਇਹ ਸ਼ਾਇਦ ਸਿਸਟਮ ਚੱਲਿਆ ਸੀਗਾ। ਉਦੋਂ ਤੋਂ ਲੈ ਕੇ 2012 'ਚ ਕਿਹਦੀ ਸਰਕਾਰ ਸੀ, ਕਿਹੜੇ ਮੰਤਰੀ ਸੀਗੇ। ਫਾਈਲਾਂ ਖੋਲਣ ਦੀ ਹੁਣ ਫਾਈਲਾਂ ਖੋਲਣਗੀਆਂ, ਹੁਣ ਸਾਹਮਣੇ ਆਊਗਾ ਨਾ, ਫਿਰ ਭੱਜਣਗੇ ਇਹ। ਫਿਰ ਦਸਤਾਰਾਂ ਬੰਨ ਕੇ ਲੋਕਾਂ ਦਾ ਜਿਹੜੇ ਗਲਤ ਭ੍ਰਿਸ਼ਟਾਚਾਰ ਦੇ ਵਿੱਚ ਫਸੇ ਹੋਏ ਨੇ ਜਾਂ ਗੜੁੱਚ ਨੇ, ਉਹਨਾਂ ਦਾ ਸਾਥ ਦੇਣ ਦੇ ਧਰਨਾ ਲਾਉਣ ਲਈ ਦਸਤਾਰਾਂ ਬੰਨ ਕੇ ਜਾਂਦੇ ਨੇ। ਜਾਣ ਬੁੱਝ ਕੇ ਪਾਣੀ ਦੀ ਬੁਛਾੜ ਅੱਗੇ ਹੁੰਦੇ ਨੇ, ਪੱਗਾਂ ਲਾਤੀਆਂ ਜੀ। ਤੁਸੀਂ ਕਰਨ ਕੀ ਗਏ ਹੋ ਉੱਥੇ? ਕਾਨੂੰਨੀ ਤੌਰ ਤੇ ਲੜਾਈ ਲੜੋ ਨਾ। ਜੇ ਤੁਸੀਂ ਪਾਕ ਸਾਫ ਹੋ, ਤੁਹਾਡੇ ਕੋਲ ਸਬੂਤ ਹੈ, ਤੁਸੀਂ ਬੇਗੁਨਾਹ ਹੋ, ਜਾ ਕੇ ਕਾਨੂੰਨੀ ਤੌਰ ਤੇ ਲੜਾਈ ਲੜੋ। ਸਭ ਨੂੰ ਪਤਾ ਹੈ ਕਿ ਡੈਫਾਮੇਸ਼ਨ ਦੇ ਕੇਸ ਪੈਂਦੇ ਨੇ। ਹੁਣ ਆਹ ਵਿਜੀਲੈਂਸ ਜਿਹੜੀਆਂ ਫਾਈਲਾਂ ਖੋਲਣ ਜਾ ਰਹੀ ਹੈ, ਪ੍ਰਵਾਨਗੀ ਮੰਗੀ ਹੈ ਸਰਕਾਰ ਵੱਲੋਂ, ਆਉਣ ਦੋ ਸਮਾਂ, ਦੇਖੋ ਕਿਵੇਂ ਉੱਪਰੋਂ ਥੱਲੇ ਤੱਕ ਸਾਰੇ ਅਫਸਰ ਕਿਵੇਂ ਫਸਦੇ ਨੇ। ਗੱਲ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਨਾ ਸਖਤੀ ਨਾ ਹੋਣ ਕਰਕੇ ਇਹ ਸੀ ਕਿ ਫਾਈਲ ਖੁੱਲੂਗੀ, ਮੰਤਰੀ ਨੂੰ ਜਾ ਕੇ ਮਿਲੋ, ਘਰ 'ਚ ਬੈਠੋ, ਉਹਦੇ ਨਾਲ 10 ਮਿੰਟ ਗੁਜ਼ਾਰੋ, ਉਹਦਾ ਜੋ ਕੁਛ ਡਿਮਾਂਡ ਹੈਗੀ ਆ ਪੂਰੀ ਕਰੋ, ਤੇ ਬਾਹਰ ਆ ਕੇ ਫਿਰ ਚੁੱਪ ਕਰਕੇ ਬਹਾਲ ਹੋ ਜਾਓ। ਕਿੰਨੇ ਕੁ ਲੋਕਾਂ ਨੂੰ ਪਿਛਲੇ
70 ਸਾਲਾਂ 'ਚ ਆਪਾਂ ਕਹਿ ਲਓ ਕਿੰਨੇ ਕੁ ਆਫਿਸਰ ਲੌਬੀ ਜਾਂ ਕਿੰਨੇ ਕੁ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਗਿਆ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ। ਆਪ ਇਹਨਾਂ ਨੇ ਜ਼ਮੀਨਾਂ ਦੱਬੀਆਂ ਹੋਈਆਂ ਨੇ, ਆਪ ਇਹ ਘਪਲੇ ਕਰਾਉਂਦੇ ਨੇ, ਇਨਵੋਲਵਮੈਂਟ ਹੁੰਦੀ ਹੈ, ਆਪਣੇ ਬੰਦਿਆਂ ਨੂੰ ਅੱਗੇ ਕਰਦੇ ਨੇ, ਫਿਰ ਬਾਹਰ ਭਜਾ ਦਿੰਦੇ ਨੇ ਵੀ ਚਲੇ ਜਾਓ ਬਾਹਰ ਭਾਜੋ। ਪਹਿਲਾਂ ਹੀ ਵੀਜ਼ੇ ਲੈ ਕੇ ਰੱਖੇ ਹੁੰਦੇ ਨੇ, ਪਹਿਲਾਂ ਹੀ ਪਾਸਪੋਰਟ ਬਣਾਏ ਹੁੰਦੇ ਨੇ। ਜਦੋਂ ਫਸ ਗਿਆ ਬੰਦਾ ਪੈਸਾ ਲਾ ਕੇ, ਕਿਉਂ ਪੈਸਾ ਦਿੱਤਾ ਹੁੰਦਾ ਅਗਲੇ ਨੇ, ਪਹਿਲਾਂ ਹੀ ਪੈਸਾ ਲਾ ਕੇ ਟਿਕਟ ਕਰਾਈ ਭਜਾ ਦਿੰਦੇ, ਭਾਜਾ ਹੁਣ ਇੱਥੋਂ, ਇੱਥੇ ਨਾ ਹੀ ਮੁੜ ਕੇ। ਤੋ ਆਹ ਚੀਜ਼ਾਂ ਨੇ, ਆਉਣ ਦੋ ਸਮਾਂ, ਮੇਰੇ ਖਿਆਲ ਨਾਲ ਸਾਥ ਦੇਣਾ ਚਾਹੀਦਾ ਸਾਰੀਆਂ ਪਾਰਟੀਆਂ ਨੂੰ ਰਲ ਕੇ। ਜੀ ਜੀ ਬਿਲਕੁਲ। ਪਰਮਿੰਦਰ ਜੀ, ਜੋ ਅਗਨੀਪਥ ਯੋਜਨਾ ਸੀ, ਲਗਾਤਾਰ ਦੇਖੋ ਫੌਜ ਦੇ ਜੋ ਮੁਖੀ ਸੀ ਉਹਨਾਂ ਨੇ ਵੀ ਡਿਫੈਂਡ ਕੀਤਾ ਸਰਕਾਰ ਦੀ ਇਸ ਪਾਲਿਸੀ ਨੂੰ ਕਿ ਇਹ ਫੈਸਲਾ ਵਾਪਸ ਨਹੀਂ ਹੋਊਗਾ। ਅਜੀਤ ਡੋਵਾਲ ਨੇ ਜੋ, ਉਹ ਵੀ ਇਹ ਗੱਲ ਕਹਿੰਦੇ ਨੇ ਕਿ ਸਰਕਾਰ ਇਸ ਫੈਸਲੇ ਤੋਂ ਪਿੱਛੇ ਨਹੀਂ ਹਟੂਗੀ। ਹਾਲਾਂਕਿ ਕਈ ਪ੍ਰਾਈਵੇਟ ਗਰੁੱਪ ਵੀ ਅੱਗੇ ਆਏ ਨੇ। ਅੱਜ ਹਰਿਆਣਾ ਦੇ ਸੀਐਮ ਦਾ ਉਹਨਾਂ ਦੀ ਸਟੇਟਮੈਂਟ ਹੈ ਕਿ ਅਸੀਂ ਸਰਕਾਰੀ ਨੌਕਰੀ ਦੇਵਾਂਗੇ ਜੋ ਅਗਨੀਪਥ ਵੀਰ ਹੋਣਗੇ। ਹਾਲਾਂਕਿ ਸਰਕਾਰ ਆਪਣੀ ਗੱਲ ਨੂੰ ਲੈ ਕੇ ਉੱਥੇ ਸਟੈਂਡ ਕਰਦੀ ਹੈ ਕਿ ਨਾ ਤਾਂ ਅਸੀਂ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਲਈ ਰਾਜੀ ਹਾਂ ਇਹਦੇ 'ਚ, ਜਿੱਥੋਂ ਤੱਕ ਤਬਦੀਲੀ ਦੀ ਲੋੜ ਸੀ ਅਸੀਂ ਕਰਤੀ। ਉਮਰ 21 ਤੋਂ ਵਧਾ ਕੇ ਅਸੀਂ 23 ਸਾਲ ਕਰਤੀ। ਹੋਰ ਨਾ ਸਰਕਾਰ ਚਾਹੁੰਦੀ ਹੈ ਤੇ ਨਾ ਸਰਕਾਰ ਦੀ ਕੋਈ ਏਦਾਂ ਦੀ ਮਨਸ਼ਾ ਕਿ ਸਰਕਾਰ ਇਸ ਫੈਸਲੇ ਨੂੰ ਵਾਪਸ ਲਵੇ ਜਾਂ ਇਹਦੇ 'ਚ ਕੋਈ ਤਬਦੀਲੀ ਲੈ ਕੇ ਆਵੇ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਦਿਨ ਰੱਖਿਆ ਹੋਇਆ ਆਪਣਾ ਕਿ ਅਸੀਂ ਡੀਸੀ ਦਫ਼ਤਰਾਂ ਦੇ ਬਾਹਰ ਪ੍ਰੋਟੈਸਟ ਕਰਾਂਗੇ, ਰੋਸ ਵਜੋਂ ਇੱਕ ਦਿਨ ਮਨਾਵਾਂਗੇ 24 ਜੂਨ। ਦੂਜੇ ਪਾਸੇ ਇੱਕ ਹੋਰ ਇਹਦਾ ਪਹਿਲੂ ਵੀ ਹੈ ਕਿ ਨੌਜਵਾਨ ਵੱਡੇ ਪੱਧਰ ਉੱਤੇ ਜੋ ਹਿੰਦੀ ਬੈਲਟ ਹੈ ਉਹਦੇ 'ਚ ਵਿਰੋਧ ਹੋ ਰਿਹਾ ਬੀਜੇਪੀ ਸਰਕਾਰ ਦਾ ਇਸ ਫੈਸਲੇ ਨੂੰ ਲੈ ਕੇ। ਪਰ ਸਰਕਾਰ ਖੇਤੀ ਕਾਨੂੰਨਾਂ ਵਾਂਗ ਅੜੀ ਹੋਈ ਹੈ। ਉਹ ਕਹਿੰਦੇ ਕਿ ਅਸੀਂ ਵਾਪਸ ਨਹੀਂ ਕਰਦੇ, ਇਸ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੁੰਦੇ, ਇਹ ਫੈਸਲਾ ਤਾਂ ਜਿਉਂ ਦੀ ਤਿਉਂ ਹੀ ਰਹੂਗਾ। ਸਰਕਾਰ ਨੇ ਦੇਖੋ ਆਪਣੇ ਬਚਾਅ ਦੇ ਵਿੱਚ ਤਿੰਨੇ ਸੈਨਾ ਦੇ ਮੁਖੀਆਂ ਨੂੰ ਬਣਾ ਲਿਆ। NS ਉਹ ਤਾਂ ਚਲੋ ਹੈ ਹੀ ਭਾਜਪਾ ਦੇ ਬੰਦੇ, ਉਹਨਾਂ ਨੇ ਤਾਂ ਬੋਲਣਾ ਹੀ ਆ। ਡੋਵਾਲ ਨੇ ਜਿਹੜਾ ਹੁਣ ਪ੍ਰਤੀਕਰਮ ਦਿੱਤਾ ਹੈ ਉਹਦੇ ਵਿੱਚ ਤਾਂ ਦੇਖੋ ਤੁਸੀਂ ਆਪ ਹੀ ਸੋਚੋ। ਉਹ ਕਹਿੰਦੇ ਇਹ ਕੋਈ ਅੱਜ ਦੀ ਨੀਤੀ ਨਹੀਂ ਹੈਗੀ। 2014 ਚ ਜਦੋਂ ਸਰਕਾਰ ਬਣੀ ਸੀ ਉਦੋਂ ਤੋਂ ਸਰਕਾਰ ਦਾ ਇੱਕ ਮਕਸਦ ਸੀਗਾ ਕਿ ਦੇਸ਼ ਨੂੰ ਸੁਰੱਖਿਅਤ ਔਰ ਮਜ਼ਬੂਤ ਬਣਾਉਣਾ। ਤੇ ਹੋਰਨਾਂ ਦੇਸ਼ਾਂ ਵਾਂਗੂ ਕਹਿੰਦੇ ਇਹਦੇ ਵਿੱਚ ਵੀ ਬਦਲਾਅ ਜ਼ਰੂਰੀ ਸੀ ਫੌਜ ਦੇ ਵਿੱਚ ਏਦਾਂ ਦਾ। ਤੇ ਉਹਨਾਂ ਨੇ ਕਹਿੰਦੇ ਅੰਦਾਜ਼ਾ ਲਾਓ ਵੀ ਜਦੋਂ ਤੁਸੀਂ ਕਹਿੰਦਾ ਫੌਜ ਦੇ ਵਿੱਚੋਂ ਜਿਹੜੇ ਆਹ ਅਗਨੀਵੀਰ ਨੇ ਇਹ ਆਪਣੀ ਸਰਵਿਸ ਪੂਰੀ ਕਰਕੇ 4 ਸਾਲ ਦੀ ਬਾਹਰ ਜਾਣਗੇ ਤਾਂ ਇੱਕ ਆਮ ਬੰਦੇ ਨਾਲ ਕਹਿੰਦੇ ਤੁਲਨਾ ਕਰੋ ਇਹਦੀ ਕਿ ਇੱਕ ਆਮ ਬੰਦਾ ਮਜ਼ਬੂਤ ਹੋਏਗਾ ਕਿ ਅਗਨੀਵੀਰ ਮਜ਼ਬੂਤ ਹੋਣਗੇ ਕੰਮ ਕਰਨ ਦੇ ਲਈ। ਫਿਰ ਕਹਿੰਦੇ ਇਹਨਾਂ ਨੂੰ ਪੈਨਸ਼ਨ ਮਿਲੂਗੀ ਤੇ ਨਾਲ ਕਹਿੰਦੇ ਇਹ ਆਪ ਜਾ ਕੇ ਖੇਤੀ ਵੀ ਕਰ ਸਕਦੇ ਆ, ਪੈਨਸ਼ਨ ਨਾਲ ਗੁਜ਼ਾਰਾ ਹੋ ਸਕਦਾ ਇਹਨਾਂ ਦਾ। ਤੁਸੀਂ ਗੱਲ ਦੇਖੋ ਕਿਵੇਂ ਬੋਲਦੇ ਨੇ। ਜਾਂ ਹੁਣ ਸੀਐਮ ਦੀ ਗੱਲ ਦੇਖ ਲਓ ਤੁਸੀਂ, ਹਰਿਆਣਾ ਦਾ ਸੀਐਮ ਕਹਿੰਦੇ ਅਸੀਂ ਗਰੰਟੀ ਦਿੰਦੇ ਆ ਜੀ। ਹੁਣ ਇਹ ਸਾਰੇ ਤੱਥ ਜੇ ਵਿਚਾਰੇ ਜਾਣ, ਇਹਨਾਂ ਨੂੰ ਪੁੱਛਿਆ ਜਾਵੇ ਵੀ ਜਿਹੜੇ ਬੰਦੇ ਫੌਜ ਦੀ ਤਿਆਰੀ ਨਹੀਂ ਕਰ ਰਹੇ, ਤੁਸੀਂ ਇਹਨਾਂ ਨੂੰ ਕਹੋਗੇ ਵੀ ਅਸੀਂ 4 ਸਾਲ ਬਾਅਦ ਇਹਨਾਂ ਨੂੰ ਨੌਕਰੀ ਤੇ ਰੱਖਣਾ ਹੈ। ਤੇ ਜਿਹੜੇ ਬੰਦੇ ਫੌਜ ਦੀ ਤਿਆਰੀ ਨਹੀਂ ਕਰ ਰਹੇ, ਫੌਜ ਦੇ ਵਿੱਚ ਕਿਹੜਾ ਸਾਰੇ ਹੀ ਜਾਂਦੇ ਨੇ, ਜਿਹੜੇ ਨਹੀਂ ਗਏ, ਜਦੋਂ ਉਹਨਾਂ ਦੀਆਂ ਨੌਕਰੀਆਂ ਇਹਨਾਂ ਨੂੰ ਮਿਲਣਗੀਆਂ ਫਿਰ ਉਹ ਕੀ ਕਰਨਗੇ? ਜੇ ਤੁਹਾਡੇ ਕੋਲ ਇੰਨੀਆਂ ਨੌਕਰੀਆਂ ਹੈਗੀਆਂ ਨੇ ਫਿਰ ਤੁਸੀਂ ਰੈਗੂਲਰ ਭਰਤੀ ਕਿਉਂ ਨਹੀਂ ਕਰਦੇ? ਮਤਲਬ ਝੂਠ ਤੇ ਝੂਠ ਬੋਲੀ ਜਾਂਦੇ ਨੇ, ਆਪਣੀ ਗੱਲਾਂ 'ਚ ਫਸੀ ਜਾਂਦੇ ਨੇ। ਕੋਈ ਕਹਿੰਦਾ ਸਾਡੇ ਦਫ਼ਤਰਾਂ 'ਚ ਚੌਕੀਦਾਰ ਲੱਗ ਜਾਓਗੇ, ਕੋਈ ਕਹਿੰਦਾ ਖੇਤੀ ਕਰ ਲਓਗੇ, ਕੋਈ ਕਹਿੰਦਾ ਪੜ੍ਹ ਲਓਗੇ, ਕਹਿੰਦਾ ਪੜ੍ਹਾਈ ਵੀ ਕਰ ਸਕਦਾ ਬੰਦਾ। ਲੈ 4 ਸਾਲ ਫੌਜ ਦੀ ਨੌਕਰੀ ਕਰਕੇ ਆ ਕੇ ਰਿਟਾਇਰਮੈਂਟ ਹੋ ਕੇ 4 ਸਾਲ ਬਾਅਦ ਉਹ ਪੜ੍ਹ ਵੀ ਸਕਦਾ, ਹੋਰ ਨੌਕਰੀ ਲਈ ਵੀ ਜਾ ਸਕਦਾ। ਕਿੱਥੇ ਜਾਊਗਾ ਨੌਕਰੀ ਲਈ ਉਹ? ਬਾਕੀ ਜਿਹੜੇ ਪਿੱਛੇ ਤਿਆਰੀਆਂ ਕਰਦੇ ਆ ਰਹੇ ਨੇ ਉਹ ਇਹਨਾਂ ਨੂੰ ਰਲਣ ਦੇਣਗੇ ਨੌਕਰੀਆਂ 'ਚ, ਟੈਸਟਾਂ ਦੇ ਵਿੱਚ? ਫਿਰ ਜੇ ਤੁਸੀਂ ਉਹੀ ਗੱਲ ਫੇਰ ਆ ਜਾਂਦੀ ਹੈ ਮੁੜ ਘੜ ਕੇ, ਜੇ ਰਿਜ਼ਰਵੇਸ਼ਨ ਦੇਣੀ ਹੈ ਇਹਨਾਂ ਨੂੰ, ਤੁਸੀਂ ਰਾਖਵਾ ਕਰਨ ਰੱਖਣਾ, ਫਿਰ ਉਹ ਉਹਨਾਂ ਨਾਲ ਧੋਖਾ ਹੈ। ਉਹ ਜਿਹੜੇ ਤਿਆਰੀ ਕਰਦੇ ਆ ਰਹੇ ਨੇ ਪਿੱਛੇ 5-5 4-4 ਸਾਲ ਲਾ ਕੇ ਆ ਰਹੇ ਨੇ। ਤੋ ਇਹ ਆਪਣੇ ਆਪ ਦੇ ਵਿੱਚ ਇਹ ਫਸਦੇ ਜਾ ਰਹੇ ਨੇ। ਅਗਨੀਪਥ ਯੋਜਨਾ ਲੈ ਕੇ ਆਉਣ ਦਾ ਮਕਸਦ ਕੋਈ ਹੋਰ ਹੈ। ਉਹ ਇਹਨਾਂ ਦਾ ਲੁਕਮਾ ਏਜੰਡਾ ਆ। ਉਹ ਮਮਤਾ ਬੈਨਰਜੀ ਨਾਲ ਆਪਾਂ ਕੱਲ ਵੀ ਗੱਲ ਕੀਤੀ ਸੀ। ਮਮਤਾ ਬੈਨਰਜੀ ਕਹਿ ਰਹੀ ਹੈ ਕਿ ਇੱਕ ਹਥਿਆਰਬੰਦ ਗਰੁੱਪ ਤਿਆਰ ਕਰਿਆ ਜਾ ਰਿਹਾ ਇਹਨਾਂ ਵੱਲੋਂ। ਤੇ ਇਹ ਜ਼ਰੂਰੀ ਨਹੀਂ ਕਿ ਉਹ ਭਾਜਪਾ ਦੀ ਹੈਲਪ ਲਈ ਹੈ ਜਾਂ ਭਾਜਪਾ ਕਰ ਰਹੀ ਹੈ, ਜਾਂ ਹੋ ਸਕਦਾ ਸਿੱਧਾ ਸਿੰਪਲ ਗੱਲ ਕਰੀਏ ਕਿ ਅਗਨੀਵੀਰ ਹੀ ਇਹਨਾਂ ਨੇ ਭਰਤੀ ਕਰਨੇ ਹੋਣ। ਤੇ ਲੇਕਿਨ ਜੇ ਹਥਿਆਰਬੰਦ ਲੋਕਾਂ ਨੂੰ ਜੌਬ ਨਾ ਮਿਲੀ, ਉਹਨਾਂ ਨੌਜਵਾਨਾਂ ਨੂੰ ਜਿਹੜੇ ਦੇਸ਼ ਲਈ ਮਰਨ ਵਾਸਤੇ ਚਲੇ ਗਏ, ਉਹਨਾਂ 'ਚ ਜੋਸ਼ ਤਾਂ ਕਿੰਨਾ ਹੋਏਗਾ। ਜੇ ਕੱਲ ਨੂੰ ਉਹਨਾਂ ਦੇ ਨਾਲ ਕੋਈ ਬੇਰੁਜ਼ਗਾਰੀ ਵਰਗੀ ਘਟਨਾ ਵਾਪਰ ਜਾਂਦੀ ਹੈ ਜਾਂ ਕੋਈ ਮਾਨਸਿਕ ਤਣਾਅ ਦੇ ਵਿੱਚ ਆਉਂਦਾ ਜੌਬ ਨਾ ਮਿਲਣ ਕਰਕੇ, ਤੇ ਉਹ ਹਥਿਆਰਬੰਦ ਵੀ ਹੈਗਾ ਤੇ ਸਰੀਰਕ ਤੌਰ ਤੇ ਹੀ ਮਜ਼ਬੂਤ ਹੈ,
ਤੁਸੀਂ ਦੇਖੋ ਕਿੰਨੀ ਖਲਬਲੀ ਮਚ ਸਕਦੀ ਹੈ ਫਿਰ ਉਹ, ਜੇ ਅਪਰਾਧਿਕ ਕਿਸਮ ਦਾ ਬੰਦਾ ਨਿਕਲਿਆ ਵੀ ਕੋਈ ਏਦਾਂ। ਉਹ ਮਤਲਬ ਇਹ ਗੱਲਾਂ ਸਾਰੀਆਂ ਛੋਟੀਆਂ ਗੱਲਾਂ ਨੇ, ਪਰ ਵਿਚਾਰ ਅਧੀਨ ਨੇ। ਪੂਰੇ ਦੇਸ਼ ਦੇ ਵਿੱਚ ਵਿਦਰੋਹ ਤਾਂ ਇਸੇ ਕਰਕੇ ਹੋ ਰਿਹਾ ਨਾ। ਭਾਵੇਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਉਹ ਆ ਚੁੱਕੀਆਂ ਨੇ, ਪਿੱਠ ਤੇ ਆ ਗਈਆਂ ਨੇ ਸੰਘਰਸ਼ ਦੇ। ਨਵਾਂ ਸੰਘਰਸ਼ ਹੋ ਸਕਦਾ ਛਿੜ ਜਾਵੇ। ਫਿਰ ਇਹ ਜਿਹੜਾ 3 ਕਾਨੂੰਨਾਂ ਵਾਂਗੂ ਸਰਕਾਰ ਦੀ ਅੜੀ ਹੈ, ਇੱਕ ਪਾਸੜ ਅੜੀ ਹੈ, ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਤੇ ਨੌਜਵਾਨ ਵਰਗ ਖਾਸ ਕਰਕੇ, ਜਦੋਂ ਨੌਜਵਾਨ ਵਰਗ ਦੇ ਅਗੇਂਸਟ ਫੈਸਲਾ ਲਿਆ ਜਾ ਰਿਹਾ, ਤਾਂ ਨੌਜਵਾਨ ਵਰਗ ਕਿਤੇ ਵੀ ਅਗਰ ਬਾਗੀ ਹੋ ਜੇ, ਕ੍ਰਾਂਤੀ ਆ ਜਾਂਦੀ ਹੈ, ਤਖਤੇ ਪਲਟ ਜਾਂਦੇ ਆ ਜੀ। ਜੀ ਬਿਲਕੁਲ। ਪਰ ਪਰਮਿੰਦਰ ਜੀ, ਕਿਤੇ ਨਾ ਕਿਤੇ ਬੁੱਧੀਜੀਵੀਆਂ ਦੇ ਵਿੱਚ ਆਹ ਵੀ ਖਦਸ਼ੇ ਪਾਏ ਜਾ ਰਹੇ ਹਨ ਨਾ, ਕਿ ਇੱਕ ਤਾਂ ਵੀ ਤੁਸੀਂ ਵੀ ਜ਼ਿਕਰ ਕੀਤਾ ਕਿ ਆਪਣੀ ਜਥੇਬੰਦੀ ਨੂੰ, ਬੀਜੇਪੀ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਸੈਨਾ ਭਰਤੀ ਕੀਤੀ ਜਾ ਰਹੀ ਹੈ, ਦੂਜੇ ਪਾਸੇ RSS ਤਾਬਕੇ ਨੂੰ ਮਜ਼ਬੂਤ ਕਰਨ ਦੇ ਲਈ। ਪਰ ਇਹਦੇ 'ਚ ਇੱਕ ਹੋਰ ਖਦਸ਼ਾ ਵੀ ਹੈ ਕਿ ਜੋ ਫੌਜ ਆ, ਇਹ ਨਿੱਜੀਕਰਨ ਕਰਨਾ ਚਾਹੁੰਦੇ ਨੇ। ਜਿਵੇਂ ਹੁਣ ਵੱਡੇ ਵੱਡੇ ਮਹਿੰਦਰਾ ਗਰੁੱਪ ਹੈ, ਹੋਰ ਵੱਡੇ ਗਰੁੱਪ ਨੇ, ਉਹਨਾਂ ਨੇ ਆ ਕੇ ਗੱਲ ਕਹੀ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਅਸੀਂ ਸਾਰਿਆਂ ਨੂੰ ਭਰਤੀ ਕਰਾਂਗੇ। ਜੇਕਰ ਨਿੱਜੀਕਰਨ ਹੋ ਜਾਂਦਾ ਫੌਜ ਦਾ, ਜਿਵੇਂ ਇੱਕ ਗੱਲ ਹੋਰ ਵੀ ਨਿਕਲ ਕੇ ਆ ਰਹੀ ਹੈ ਕਿ ਹੁਣ ਜਿਵੇਂ ਜੋ ਰੈਜੀਮੈਂਟ ਬਣੀਆਂ ਹੋਈਆਂ ਨੇ, ਉਹਨਾਂ ਨੂੰ ਧਰਮਾਂ ਦੇ ਆਧਾਰ ਤੇ ਜਾਤਾਂ ਪਾਤਾਂ ਦੇ ਆਧਾਰ ਤੇ ਜੋ ਬਣੀਆਂ ਹੋਈਆਂ ਨੇ, ਉਹਨੂੰ ਵੀ ਖਤਮ ਕਰ ਦੇਣਗੇ ਆਹ। ਜੇਕਰ ਨਿੱਜੀਕਰਨ ਨੂੰ ਫੌਜ ਦਾ ਹੋ ਜਾਂਦਾ, ਸਾਰੀਆਂ ਜੋ ਪਾਲਿਸੀਆਂ ਡਿਸਕੁਆਲੀਫਾਈ ਹੋ ਜਾਂਦੀਆਂ ਨੇ, ਉਸ ਦਾ ਫਿਰ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਪ੍ਰਭਾਵ ਪਊਗਾ ਜੇਕਰ ਸਾਰਾ ਫੌਜ ਦਾ ਕੰਟਰੋਲ ਉਦਯੋਗਪਤੀਆਂ ਦੇ ਹੱਥਾਂ 'ਚ ਚਲਾ ਗਿਆ? ਨਹੀਂ, ਉਹ ਤਾਂ ਜਾਣਾ ਹੀ ਜਾਣਾ। ਜਦੋਂ ਹੁਣ ਏਦਾਂ ਗਰੁੱਪ ਬਣਨਗੇ, ਉਹ ਪਹਿਲੀ ਤਾਂ ਗੱਲ ਜਿਹੜੀ ਅਜੀਤ ਡੋਵਾਲ ਨੇ ਇਸ ਗੱਲ ਦੀ ਗੋਲ-ਮੋਲ ਗੱਲ ਕਰਤੀ ਹੈ ਨਾ, ਕਿ ਬਾਕੀ ਜਿਹੜੀਆਂ ਸਿੱਖ ਰੈਜੀਮੈਂਟ ਹੈ, ਰਾਜਪੂਤ ਰੈਜੀਮੈਂਟ ਹੈ ਜਾਂ ਹੋਰ ਰੈਜੀਮੈਂਟਾਂ ਨੇ, ਉਹਨਾਂ ਦੇ ਵਿੱਚ ਹੁਣ ਕੇਵਲ ਨਾਂ ਦੀਆਂ ਉਹ ਰੈਜੀਮੈਂਟਾਂ ਰਹਿ ਜਾਣਗੀਆਂ। ਉਹਨਾਂ ਦੇ ਵਿੱਚ ਕੋਈ ਜਾਤ ਧਰਮ ਵਰਗ ਹੈ ਇਸ ਤਰ੍ਹਾਂ ਦਾ ਕੋਈ ਨਹੀਂ ਹੋਊਗਾ। ਸਾਰੇ ਕੋਈ ਵੀ ਬੰਦਾ ਆ ਕੇ ਭਰਤੀ ਹੋ ਸਕਦਾ। ਇੱਕ ਤਾਂ ਉਹ ਚੀਜ਼ ਜਿਹੜੀ ਹੈਗੀ ਹੈ, ਨਾਮ ਦੀਆਂ ਰਹਿ ਜਾਣਗੀਆਂ, ਬਾਕੀ ਸਾਰੀ ਚੀਜ਼ਾਂ ਖਤਮ ਹੋ ਜਾਣਗੀਆਂ। ਉੱਥੇ ਜਿਹੜੇ ਸਿੱਖ ਰੈਜੀਮੈਂਟ ਦੇ ਵਿੱਚ ਜਿੱਦਾਂ ਸਿੱਖ ਜਾਂਦੇ ਸੀਗੇ, ਤਾਂ ਉਹ ਖਤਮ ਹੋ ਜਾਣੀਆਂ ਨੇ ਪੋਸਟਾਂ ਉਹਨਾਂ ਦੀਆਂ, ਜੋ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਲਈ ਸੀਗੀਆਂ। ਕੋਈ ਵੀ ਭਰਤੀ ਆ ਕੇ ਹੁਣ ਭਰਤੀ ਪੂਰੀ ਹੋਈ, ਖਤਮ ਹੋ ਗਈ ਗੱਲ। ਤੇ ਦੂਜੇ ਪਾਸੇ ਜਿਹੜਾ ਨਿੱਜੀਕਰਨ ਦੀ ਗੱਲ ਕੀਤੀ ਹੈ, ਨਿੱਜੀਕਰਨ ਵਾਸਤੇ ਤਾਂ ਹੁਣ ਜਿਹੜਾ ਬੰਦਾ ਪਹਿਲਾਂ ਵੀ ਕਹਿੰਦੇ, ਇੱਕ ਵਾਰ ਮੈਂ ਸੁਣਿਆ ਕਿ ਟਾਟਾ ਨੇ ਗੱਲ ਕੀਤੀ ਸੀ ਫੌਜ ਬਾਰੇ ਵੀ। ਤੇ ਚਲੋ ਖੈਰ, ਇਹ ਵੱਖਰੀ ਕਹਿਣ ਸੁਣਨ ਦੀਆਂ ਗੱਲਾਂ ਨੇ। ਪਰ ਜੇ ਕੋਈ ਕਾਰਪੋਰੇਟ ਅਦਾਰਾ ਇਸ ਤਰ੍ਹਾਂ ਨਿੱਜੀਕਰਨ ਵਾਸਤੇ ਅੱਗੇ ਆ ਜਾਂਦਾ ਹੈ, ਤਾਂ ਮੇਰੇ ਖਿਆਲ ਨਾਲ ਜਿਹੜਾ ਡੈਮੋਕ੍ਰੇਸੀ ਨੂੰ ਲਾਸ ਹੋਣਾ ਸਭ ਤੋਂ ਵੱਡਾ ਇੱਥੋਂ ਹੀ ਹੋਣਾ। ਮੈਂ ਇਹਦੇ ਨਾਲ ਇੱਕ ਹੋਰ ਵੀ ਹੈ ਗੁਰਜਿੰਦਰ, ਥੋੜਾ ਜਿਹਾ ਆਪਾਂ ਦੇਖੋ, ਜਿਹਦਾ 3 ਖੇਤੀ ਕਾਨੂੰਨ ਆਏ ਸੀ ਨਾ, ਜਦੋਂ 3 ਖੇਤੀ ਕਾਨੂੰਨ ਆਏ ਸੀ, ਤਾਂ ਫੌਜ ਦਾ ਸਭ ਤੋਂ ਵੱਧ ਡਰ ਸੀਗਾ। ਚਾਰੇ ਪਾਸਿਓਂ ਪੰਜਾਬ ਦੇ ਵਿੱਚ ਵੀ, ਖਾਸ ਕਰਕੇ ਪੰਜਾਬ ਦੇ ਲੋਕ ਕਹਿ ਰਹੇ ਸੀ ਵੀ ਫੌਜ ਸਾਡੇ ਨਾਲ ਆ, ਸਾਡੀਆਂ ਰੈਜੀਮੈਂਟਾਂ ਹੈਗੀਆਂ ਨੇ, ਏਦਾਂ ਨਹੀਂ ਤੁਸੀਂ ਸਾਡੇ ਤੇ ਧੱਕਾ ਕਰ ਲਓਗੇ, ਸਾਡੇ ਤੇ ਗੋਲੀ ਚਲਾ ਦੋਗੇ ਜਾਂ ਇਹ ਕਰੋਗੇ ਉਹ ਕਰੋਗੇ। ਉਹ ਚੀਜ਼ ਵੀ ਖਤਮ ਹੁੰਦੀ ਹੈ ਅੰਦਰ ਜਦੋਂ ਰੈਜੀਮੈਂਟਾਂ ਦੇ ਵਿੱਚ ਵੀ, ਸਾਰੀਆਂ ਰੈਜੀਮੈਂਟਾਂ ਦੇ ਵਿੱਚ ਕੋਈ ਵੀ ਆ ਕੇ ਭਰਤੀ ਹੋ ਜਾਂਦਾ, ਇੱਕ ਤਾਂ ਉਹਨਾਂ ਦਾ ਏਕਾ ਨਹੀਂ ਰਹਿੰਦਾ। ਫੌਜ ਦੇ ਵਿੱਚ ਵੀ ਹੁਣ ਰੈਜੀਮੈਂਟ ਦੇ ਵਿੱਚ ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ, ਉਹ ਭਰਤੀ ਹੋ ਗਿਆ। ਹੁਣ ਏਕਾ ਕਿਵੇਂ ਹੋ ਜਾਏਗਾ? ਹੁਣ ਕੋਈ ਮੇਰੀ ਸੁਣਨ ਵਾਲਾ ਆਇਆ, ਕੋਈ ਤੁਹਾਡੀ ਸੁਣਨ ਵਾਲਾ ਹੋ ਗਿਆ, ਉੱਥੇ ਵੀ ਆਪਸ ਵਿੱਚ ਟਕਰਾਅ ਪੈਦਾ ਹੋ ਜਾਣਗੇ। ਏਕਾ ਨਹੀਂ ਰਹੂਗਾ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ ਹੈਗਾ। ਇੱਕ ਫੌਜ ਦਾ ਖਤਰਾ ਹੁੰਦਾ ਕਿ ਜੇ ਸਾਡੇ ਸੂਬੇ ਦੇ ਵਿੱਚ ਸੰਘਰਸ਼ ਹੋ ਰਿਹਾ, ਸਾਡੇ ਸੂਬੇ ਦੇ ਲੋਕਾਂ ਦੇ ਉੱਤੇ ਕੋਈ ਅਤਿਆਚਾਰ ਹੋ ਰਿਹਾ, ਤਾਂ ਫੌਜ ਵੀ ਕਹਿ ਸਕਦੀ ਹੈ ਕਿ ਉਹਨਾਂ ਨੂੰ ਬੰਦ ਕਰ ਦਿਓ, ਉਹਨਾਂ ਦੀ ਮਾਰ-ਕੁੱਟ, ਉਹਨਾਂ ਨਾਲ ਧੱਕਾ ਬੰਦ ਕਰ ਦਿਓ। ਤਾਂ ਜਿਵੇਂ ਹੁੰਦਾ ਹੈ, ਇਹ ਡਰ ਹੁੰਦਾ ਸਰਕਾਰ ਦੇ ਵਿੱਚ ਵੀ ਹੁੰਦਾ, ਤੇ ਸਰਕਾਰ ਨੂੰ ਇਹ ਵੀ ਪਤਾ ਹੁੰਦਾ ਕਿ ਇਹ ਚੀਜ਼ ਹੁਣ ਉੱਥੇ ਜਾ ਕੇ ਨਹੀਂ ਕਰ ਸਕਦੇ, ਫੌਜ ਦੀ ਗਤੀਵਿਧੀ ਨਹੀਂ ਕਰ ਸਕਦੇ, ਫੌਜ ਨੂੰ ਵਰਤ ਨਹੀਂ ਸਕਦੇ ਉੱਥੇ। ਤੇ ਇਹ ਵੀ ਇੱਕ ਹੈ ਕਿ ਉੱਥੇ ਜਿੱਦਾਂ ਐਡਾ ਵੱਡਾ ਸੰਘਰਸ਼ ਹੋਇਆ ਸੀਗਾ ਸਰਕਾਰ ਦੇ ਟੋਟਲੀ ਅਗੇਂਸਟ, ਸਰਕਾਰ ਨੂੰ ਝੁਕਣਾ ਵੀ ਪੈ ਗਿਆ ਸੀ, ਵਰਲਡ ਲੈਵਲ ਤੇ ਗੱਲ ਚਲੀ ਗਈ ਸੀ, ਤੇ ਫੌਜ ਚੁੱਪ ਸ਼ਾਂਤ ਬੈਠੀ ਸੀ। ਤਾਂ ਉਹ ਵੀ ਇੱਕ ਹੈ ਸੀ ਕਿ ਫੌਜ ਨੂੰ ਉੱਥੇ ਵਰਤਿਆ ਵੀ ਨਹੀਂ ਜਾ ਸਕਦਾ ਸੀ। ਪਰ ਜੇ ਏਦਾਂ 4 ਸਾਲ ਲਈ ਵਰਤਿਆ ਜਾਊਗਾ, 4 ਸਾਲ ਲਈ ਕੱਢਤਾ, ਨਵੇਂ ਆ ਗਏ, ਹੁਣ ਉਹਨਾਂ ਨੂੰ ਪੂਰਾ 4 ਸਾਲ ਦੇ ਵਿੱਚ ਕਿਹੜੇ ਕਿੱਡੀ ਸਮਝ ਆ ਜੂਗੀ। 23 ਸਾਲ ਦੀ ਉਮਰ ਹੁੰਦੀ ਹੈ, ਕਿੱਡੀ ਕੁ ਸਮਝ ਹੁੰਦੀ ਹੈ ਉਸ ਮਚਿਓਰ ਬੰਦਾ, ਕਿੰਨਾ ਕੁ ਮਚਿਓਰ ਹੁੰਦਾ ਬੰਦਾ ਜਿਹੜਾ ਆਪਣੇ ਹਿੱਤਾਂ ਦੇ ਲਈ, ਹੱਕਾਂ ਦੇ ਲਈ ਲੜ ਸਕਦਾ ਹੋਵੇ, ਆਪਣੇ ਲੋਕਾਂ ਲਈ ਲੜ ਸਕਦਾ ਹੋਵੇ। ਤਾਂ ਉਹ ਗੱਲ ਜ਼ਰੂਰ ਹੈਗੀ ਹੈ ਨਾਲ, ਮੇਰੇ ਖਿਆਲ ਨਾਲ ਇਹ ਕਿ ਇਹ ਇਸ ਗੱਲ ਨਾਲ ਵੀ ਜੁੜਿਆ ਜਾਂਦਾ। ਬਾਕੀ ਕਾਰਪੋਰੇਟ ਤਾਂ ਕਿਤੇ ਵੀ ਚਲੇ ਜਾਣ, ਇਹਨਾਂ ਨੇ ਤਾਂ ਨਿੱਜਤਾ ਦੇਖਣੀ ਹੁੰਦੀ ਨਾ, ਨਿੱਜੀ ਸੋਚਣਾ ਹੁੰਦਾ। ਬਾਕੀ ਖੂਹ ਖਾਤੇ ਜਾਣ ਜਿਨ੍ਹਾਂ ਨੇ ਜਾਣਾ, ਤੇ ਜਦੋਂ ਇਹ ਪੈਸਾ ਖਰਚਦੇ ਨੇ, ਉੱਥੋਂ ਲਾਭ ਤਾਂ ਪੱਕਾ ਹੀ ਹੈ ਨਾ, ਲੈਂਦੇ ਨੇ।
ਕਿਤੇ ਵੀ ਇਹਨਾਂ ਨੇ ਇਨਵੈਸਟਮੈਂਟ ਕਰਨੀ ਹੈ ਵਿਦਆਊਟ ਪ੍ਰੋਫਿਟ ਇਹ ਇਨਵੈਸਟਮੈਂਟ ਕਰਦੇ ਹੀ ਨਹੀਂ। ਜੋ ਕਿਸ ਤਰ੍ਹਾਂ ਵਰਤੋਂ ਕਰਨੀ ਹੈ, ਕਿਸ ਤਰ੍ਹਾਂ ਲਾਭ ਲੈਣਾ ਹੈ, ਉਹ ਇਹ ਜਾਣਦੇ ਨੇ। ਸੋ ਲਾਸ ਬਹੁਤ ਵੱਡਾ ਹੋਊਗਾ, ਡੈਮੋਕ੍ਰੇਸੀ ਨੂੰ ਵੀ ਲਾਸ ਹੋਏਗਾ ਜੀ। ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਖਬਰਾਂ ਦੇ ਵਿਚਾਰ ਚਰਚਾ ਕਰਨ ਦੇ ਲਈ, ਧੰਨਵਾਦ। ਸ਼ੁਕਰੀਆ ਗੁਰਜਿੰਦਰ ਜੀ, ਧੰਨਵਾਦ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਰਾਏ, ਪਰ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣਾ ਚੈਨਲ ਪੰਜਾਬੀ। ਧੰਨਵਾਦ।